ਨਵੀਂ ਗੱਡੀ ਦੀ ਸਤਿਆਨਾਸ਼ ਮਾਰ ਕੇ ਰਾ ਦਿੱਤੀ। ਮੈਂ ਘਰਦਿਆਂ ਨੂੰ ਆਖਿਆ ਅੱਗੂ ਤੁਹਾਡੇ ਕੋਲ ਕੋਈ ਸੂਈ ਵੀ ਮੰਗਣ ਆਵੇ ਤੁਸਾਂ ਨਾ ਹੀ ਕਰਨੀ ਹੈ। ਜਵਾਨ ਕਹਿੰਦਾ ਮੇਰਾ ਤੇ ਦਿਲ ਹੀ ਟੁੱਟ ਗਿਆ। ਕਹਿੰਦਾ ਸਾਡੀ ਪੁਰਾਣੀ ਗੱਡੀ ਹੈ ਕਾਰ। ਨਿੱਕਾ ਭਰਾ ਕਹਿੰਦਾ ਸੀ ਕਿ ਭਾਈ ਨਵੀਂ ਕਾਰ ਮੈਨੂੰ ਲੈ ਕੇ ਦਿਓ। ਕਹਿੰਦਾ ਮੈਂ ਕਿਹਾ ਅੱਛਾ ਯਾਰ ਤੈਨੂੰ ਲੈ ਦਿਆਂਗਾ। ਕਹਿੰਦਾ ਮੈਂ ਪੈਸੇ ਟੋਰੇ ਤੇ ਉਹਨੇ ਨਵੀਂ ਕਾਰ ਕਢਾ ਲਈ ਤੇ ਮੈਨੂੰ ਵੀਡੀਓ ਵਗੈਰਾ ਟੋਰਦਾ ਰਹਿੰਦਾ ਸੀ। ਉਹਨੇ ਸੀਟਾਂ ਤੇ ਕਵਰ ਸ਼ਵਰ ਤੇ ਬੜੀ ਸਾਫ਼ ਸੁਥਰੀ ਰੈਮ ਸ਼ੈਮ ਗੱਡੀ ਨੂੰ ਲਵਾਏ ਸੀ। ਬੜੀ ਸਾਫ਼ ਸੁਥਰੀ ਉਹਨੇ ਗੱਡੀ ਰੱਖੀ ਸੀ। ਅੰਮਾ ਜੀ ਕਹਿੰਦੇ ਇਹ ਤੇ ਕਿਸੇ ਪਾਸੇ ਗੱਡੀ ਕੱਢਦੇ ਹੀ ਕੋਈ ਨਹੀਂ। ਅਸੀਂ ਆਇਆ ਕਿਸੇ ਪਿੰਡ ਜਾਣਾ ਤੇ ਉਧਰ ਵੀ ਇਹ ਨਾਲ ਨਹੀਂ ਜਾਂਦਾ। ਕਹਿੰਦਾ ਉੱਥੇ ਖੱਡੇ ਨੇ ਤੇ ਗੱਡੀ ਖਰਾਬ ਹੋ ਜਾਏਗੀ। ਕਹਿੰਦਾ ਮੈਂ ਸੋਚ ਵੀ ਨਹੀਂ ਸਕਦਾ ਕਿ ਇਤਨਾ ਸਿਆਣਾ ਮੇਰਾ ਭਰਾ ਹੋ ਗਏ ਹੈ। ਕਹਿੰਦਾ ਪਰ ਉਹਨੇ ਗੱਡੀ ਬੜੀ ਸਾਫ਼ ਸੁਥਰੀ ਰੱਖੀ ਸੀ। ਮੈਂ ਤਾਂ ਕਿ ਡਰਾਈਵਰ ਵੀ ਠੀਕ ਹੋਏ ਹੈ ਕਿ ਨਹੀਂ। ਕਹਿੰਦਾ ਭਾਈ ਬੜਾ ਚੰਗਾ ਮੈਂ ਡਰਾਈਵਰ ਹੋ ਗਿਆ। ਕਹਿੰਦਾ ਮੈਂ ਚੱਲ ਮੈਂ ਪਾਕਿਸਤਾਨ ਆ ਰਿਹਾ ਇਸ ਵਾਰੀ ਤੂੰ ਕੱਲਾ ਮੈਨੂੰ ਆਉਣਾ 에ਅਰਪੋਰਟ ਤੇ ਲੈਣ। ਕਹਿੰਦਾ ਭਾਈ ਤੁਸੀਂ ਆਵੋ ਤੇ ਸਹੀ ਦੇਖਿਓ ਮੈਂ ਆਪੂ ਲੈਣ ਆਵਾਂਗਾ। ਕਹਿੰਦਾ ਜਿਸਲੇ 에ਅਰਪੋਰਟ ਤੇ ਆਇਆ ਤੇ ਸੋਹਣੇ ਕੱਪੜਾ ਜੁੱਤੀ ਉਹਨੇ ਪਾਇਆ ਸੀ। ਕਹਿੰਦਾ ਜਿਸਲੇ ਮੈਂ ਕਾਰ 'ਚ ਬੈਠਾ ਤੇ ਵਾਕਈ ਬੜੀ ਸੋਹਣੀ ਉਹਨੇ ਗੱਡੀ ਜਿਹੜੀ ਹੈ ਸਜਾਈ ਸੀ। ਗੱਡੀ ਦੇ ਟਾਇਰਾਂ ਤੇ ਰੈਮ ਸ਼ੈਮ ਪਵਾਏ ਸੀ। ਕਹਿੰਦਾ ਦੇਖ ਕੇ ਤੇ ਦਿਲ ਖੁਸ਼ ਹੋ ਗਿਆ। ਵਾਕਈ ਨੇ ਬੜੀ ਸਾਫ਼ ਸੁਥਰੀ ਤੇ ਬੜਾ ਸਿਆਣਾ ਹੈ। ਕਹਿੰਦਾ ਪਰ ਜਿਸਲੇ ਕਾਰ ਗਿਆ ਤੇ ਅੰਮਾ ਨੇ ਬੜੀ ਤਾਰੀਫ ਕੀਤੀ। ਕਹਿੰਦਾ ਪੁੱਤਰ ਇਹਨੇ ਗੱਡੀ ਨੂੰ ਬੜਾ ਸੰਭਾਲ ਕੇ ਰੱਖਿਆ ਕਿਸੇ ਪਾਸੇ ਕੱਢਦੇ ਹੀ ਨਹੀਂ। ਸਾਨੂੰ ਤੇ ਇਹਨੇ ਖੱਜਲ ਕਰ ਮਾਰਿਆ। ਜੇ ਅਸੀਂ ਆਖੇ ਕਿਸੇ ਪਿੰਡ ਜਾਣਾ ਤੇ ਉਧਰ ਲੈ ਕੇ ਨਹੀਂ ਜਾਂਦਾ। ਕਹਿੰਦਾ ਰਾਹ ਬੜੇ ਖਰਾਬ ਨੇ ਮੈਂ ਗੱਡੀ ਆਪਣੀ ਨਹੀਂ ਖੜਨੀ। ਕਹਿੰਦਾ ਮੈਂ ਆਖਿਆ ਕੋਈ ਮਸਲਾ ਨਹੀਂ ਅੰਮਾ ਜੀ ਆਖਣ ਤੇ ਨਾਲ ਜਾਇਆ ਕਰ। ਕਹਿੰਦਾ ਠੀਕ ਹੈ ਭਾਈ ਜਾ ਕਰਾਂਗਾ। ਕਹਿੰਦਾ ਮੈਨੂੰ 2-3 ਜਗ੍ਹਾ ਤੇ ਲੈ ਕੇ ਗਿਆ। ਮੈਂ ਕਿਧਰੇ ਪੈਸੇ ਚੇਂਜ ਕਰਾਣੇ ਸੀ ਕਿਤੋਂ ਬੰਦੇ ਨੂੰ ਮਿਲਣਾ ਸੀ ਉਹਦਾ ਸਮਾਨ ਦੇਣਾ ਸੀ। ਕਹਿੰਦਾ ਮੇਰੇ ਨਾਲ ਹੀ ਗਿਆ ਉੱਥੇ ਸਮਾਨ ਸ਼ਾਨ ਅਸੀਂ ਦੇ ਕੇ ਆ ਗਏ। ਕਹਿੰਦਾ 2-4 ਮੇਰੇ ਸ਼ਹਿਰ ਵਿੱਚ ਯਾਰ ਦੋਸਤ ਨੇ ਉਹ ਮੈਨੂੰ ਮਿਲਣ ਆਏ। ਕਹਿੰਦਾ ਬਾਬਾ ਲਾਈਨ ਆ ਚੱਕਰ। ਕਹਿੰਦਾ ਮੈਂ ਜਿਸਲੇ ਉਹਨਾਂ ਕੋਲ ਗਿਆ ਜਾ ਕੇ ਗੱਪ ਸ਼ਪ ਲਾਈ ਥੋੜੀ ਦੇਰ ਬੈਠਾ। ਕਹਿੰਦਾ ਉਹਨਾਂ ਚੋਂ ਇੱਕ ਮੁੰਡਾ ਜਿਹੜਾ ਨਾ ਸੁਬਾਹ ਸਾਡੇ ਘਰ ਆ ਗਿਆ। ਮੈਂ ਕਹਿੰਦਾ ਇਹ ਸੁੱਤੇ ਆ ਸਾ ਭਾਈ ਫਲਾਣਾ ਮੁੰਡਾ ਜਿਹੜਾ ਤੁਹਾਨੂੰ ਮਿਲਣ ਆਇਆ। ਕਹਿੰਦਾ ਮੈਂ ਇਸਲੇ ਗਿਆ ਤੇ ਬੈਠਕ ਚੋਂ ਬੈਠਿਆ। ਕਹਿੰਦਾ ਥੋੜੀ ਦੇਰ ਗੱਪ ਸ਼ਪ ਲੱਗੀ ਤੇ ਕਹਿੰਦਾ ਯਾਰ ਗੱਲ ਸੁਣ ਮੈਂ ਆਪਣੀ ਬੀਵੀ ਤੇ ਅੰਮਾ ਨੂੰ ਕਿਧਰੇ ਲੈ ਕੇ ਜਾਣਾ ਤੇ ਥੋੜੀ ਦੇਰ ਵਾਸਤੇ ਤੇਰੀ ਗੱਡੀ ਚਾਹੀਦੀ ਹੈ। ਕਹਿੰਦਾ ਮੈਂ ਕਿਹਾ ਯਾਰ ਕੋਈ ਮਸਲਾ ਨਹੀਂ ਤੂੰ ਗੱਡੀ ਲੈ ਜਾ ਨਿੱਕੇ ਭਰਾ ਮੇਰੇ ਨੂੰ ਨਾਲ ਲੈ ਜਾ। ਨਹੀਂ ਯਾਰ ਮੈਂ ਆਪੂ ਲੈ ਕੇ ਜਾਣਾ ਮੇਰੀ ਫੈਮਿਲੀ ਆ ਨਾਲ। ਕਹਿੰਦਾ ਮੈਂ ਕਿਹਾ ਠੀਕ ਹੈ ਕੋਈ ਮਸਲਾ ਨਹੀਂ। ਕਹਿੰਦਾ ਮੈਂ ਉੱਠ ਕੇ ਜਿਸਲੇ ਦੂਜੀ ਸਾਈਡ ਤੇ ਗਿਆ ਜਾ ਕੇ ਨਿੱਕੇ ਭਰਾ ਨੂੰ ਆਖਿਆ ਚਾਬੀ ਦੇ ਗੱਡੀ ਨੂੰ। ਕਹਿੰਦਾ ਕਿਉਂ ਭਾਈ ਇਸ ਤਰ੍ਹਾਂ ਫਲਾਣਾ ਮੁੰਡਾ ਆਇਆ ਉਹਨੇ ਆਪਣੀ ਅੰਮਾ ਨੂੰ ਕਿਧਰੇ ਲੈ ਕੇ ਜਾਣਾ ਤੇ ਤੂੰ ਚਾਬੀ ਦੇ। ਨਹੀਂ ਭਾਈ ਮੈਂ ਚਾਬੀ ਕੋਈ ਨਹੀਂ ਦੇਣੀ ਹੈ। ਇਹ ਬੰਦੇ ਜਿਹੜੇ ਨੇ ਇੱਥੇ ਬੜਾ ਖੱਜਲ ਖੁਆਰ ਕਰਦੇ ਨੇ ਤੇ ਇਹਨੇ ਆਉਣਾ ਕੋਈ ਨਹੀਂ ਵਾਪਸ। ਤੁਸੀਂ ਬਿਹਤਰ ਇਹਨੂੰ ਗੱਡੀ ਨਾ ਦਿਓ। ਨਹੀਂ ਯਾਰ ਆ ਜਾਏਗਾ। ਉਹ ਕਹਿੰਦਾ 2-3 ਘੰਟੇ ਤੱਕ ਮੈਂ ਵਾਪਸ ਆ ਜਾਵਾਂਗਾ ਤੂੰ ਦੇ ਚਾਬੀ। ਨਹੀਂ ਭਾਈ ਮੈਂ ਨਹੀਂ ਦੇਣੀ। ਕਹਿੰਦਾ ਮੈਂ ਆਖਿਆ ਪੈਸੇ ਮੈਂ ਢੋਰੇ ਨੇ ਤੇ ਤੂੰ ਮੈਨੂੰ ਚਾਬੀ ਨਹੀਂ ਦਿੰਦਾ ਪਿਆ। ਕਹਿੰਦਾ ਅੰਮਾ ਜੀ ਵੀ ਕਹਿੰਦੇ ਪੁੱਤਰ ਇਹ ਸਹੀ ਪਿਆ ਆਦਾ ਤੂੰ ਨਾ ਦੇ ਉਹਨੂੰ ਗੱਡੀ। ਅੰਮਾ ਜੀ ਤੁਸੀਂ ਚੁੱਪ ਕਰ ਜਾਓ ਤੈਨੂੰ ਆਖੋ ਮੈਨੂੰ ਚਾਬੀ ਦੇ। ਕਹਿੰਦਾ ਉਹਨੇ ਢੇਰ ਜ਼ਿੱਦ ਲਾਈ ਲੇਕਿਨ ਮੈਂ ਉਹਦੇ ਕੋਲੋਂ ਚਾਬੀ ਲੈ ਲਈ। ਕਹਿੰਦਾ ਕਿਉਂਕਿ ਮੇਰੀ ਸ਼ਰਮਿੰਦਗੀ ਹੋਣੀ ਸੀ। ਕਹਿੰਦਾ ਮੈਂ ਲਿਆ ਕੇ ਚਾਬੀ ਉਹਨੂੰ ਫੜਾਈ ਤੇ ਉਹਨੇ ਆਖਿਆ ਠੀਕ ਹੈ ਯਾਰ ਤੇਰੀ ਮਿਹਰਬਾਨੀ ਤੇ ਮੈਂ ਜਿਸੇ 2-3 ਘੰਟੇ ਬਾਅਦ ਵਾਪਸ ਆਉਣਾ ਤੇ ਆ ਕੇ ਤੈਨੂੰ ਜਿਹੜਾ ਗੱਡੀ ਵਾਪਸ ਕਰ ਦਿਆਂਗਾ। ਦੱਸ ਤੇਰੀ ਗੱਡੀ ਧਵਾ ਕੇ। ਉਹਨੇ ਕਿਹਾ ਯਾਰ ਧਵਾਉਣ ਦੀ ਕੋਈ ਨਹੀਂ ਲੋੜ ਆਪੇ ਨਿੱਕਾ ਭਰਾ ਧਵਾ ਲੇਗਾ। ਕਹਿੰਦਾ ਮੈਂ ਫਿਰ ਘਰ ਅੰਦਰ ਆ ਗਿਆ ਤੇ ਘਰ ਦੇ ਕਹਿੰਦੇ ਪੁੱਤਰ ਤੂੰ ਗੱਡੀ ਕਿਉਂ ਦਿੱਤੀ ਹੈ ਨਵੀਂ ਗੱਡੀ ਹੈ ਤੂੰ ਇੱਥੇ ਦੇ ਲੋਕਾਂ ਨੂੰ ਜਾਣਦਾ ਨਹੀਂ ਹੈ ਦੱਸਦੇ ਹੋਰ ਨੇ ਤੇ ਕਰਦੇ ਹੋਰ ਨੇ। ਕਹਿੰਦਾ ਮੈਂ ਕਿਹਾ ਅੰਮਾ ਜੀ ਕੋਈ ਨਹੀਂ ਮੈਂ ਜਾਣਦਾ ਇਸ ਮੁੰਡੇ ਨੂੰ ਬਚਪਨ ਤੋਂ ਨਹੀਂ ਇੰਜ ਕਰਦਾ। ਕਹਿੰਦਾ 3-4 ਘੰਟੇ ਗੁਜ਼ਰ ਕੇ ਨਿੱਕਾ ਭਰਾ ਮੇਰਾ ਕਹਿੰਦਾ ਭਾਈ ਉਹ ਤੇ ਕੋਈ ਨਹੀਂ ਜੇ ਵਾਪਸ ਆਇਆ। ਮੈਂ ਕਿਹਾ ਫਿਕਰ ਨਾ ਕਰ ਆ ਜਾਏਗਾ ਥੋੜਾ ਲੇਟ ਹੋ ਗਿਆ। ਕਹਿੰਦਾ 6-7 ਘੰਟੇ ਗੁਜ਼ਰ ਗਏ। 6-7 ਘੰਟੇ ਬਾਅਦ ਜਿਸਲੇ ਮੈਂ ਵੀ ਪਰੇਸ਼ਾਨ ਹੋ ਗਿਆ ਇਹ ਵਾਪਸ ਨਹੀਂ ਆਇਆ। ਕਹਿੰਦਾ ਭਾਈ ਉਹਨੂੰ ਕਾਲ ਮਾਰੋ। ਕਹਿੰਦਾ ਕਾਲ ਮਾਰੀ ਅੱਗੋਂ ਫੋਨ ਕੋ ਨਾ ਚੁੱਕੇ। ਕਹਿੰਦਾ ਨਿੱਕੇ ਭਰਾ ਨੂੰ ਮੈਂ ਕਿਹਾ ਜਾ ਉਹਦੇ ਘਰ ਜਾ ਕੇ ਪਤਾ ਕਰ ਹੋ ਸਕਦਾ ਉਹਨੇ ਗੱਡੀ ਲਿਆ ਕੇ ਖਿਲਾ ਦਿੱਤੀ ਹੋਵੇ। ਕਹਿੰਦਾ ਜਿਸਲੇ ਉਹਦੇ ਘਰ ਗਿਆ ਉੱਥੇ ਜਾ ਕੇ ਪਤਾ ਕਿ ਉਹਨੇ ਕਿਹਾ ਉਹ ਇਹ ਤਾਂ ਵਾਪਸ ਹੀ ਕੋਈ ਨਹੀਂ ਆਇਆ। ਕਹਿੰਦਾ ਅੱਗੋਂ ਫੋਨ ਨਹੀਂ ਸੀ ਚੁੱਕਦਾ ਪਿਆ। ਕਹਿੰਦਾ ਮੈਂ ਪੁੱਛਿਆ ਕਿ ਗਿਆ ਕਿੱਥੇ ਹੈ। ਕਹਿੰਦਾ ਉਹਨੇ ਕਿਹਾ ਫਲਾਣੇ ਪਿੰਡ ਗਿਆ ਤੇ ਉਹ ਆ ਜਾਏਗਾ। ਕਹਿੰਦਾ ਬਹਰਹਾਲ ਅਸੀਂ ਚੁੱਪ ਕੀਤੇ ਰਹੇ ਅਸੀਂ ਕੋ ਨਾ ਬੋਲੇ। ਕਹਿੰਦਾ ਇੱਕ ਦੋ ਮੁੰਡੇ ਕੋਲ ਪੁੱਛਿਆ ਕਿ ਇਸ ਤਰ੍ਹਾਂ ਆਪਣੀ ਅੰਮਾ ਨੂੰ ਲੈ। ਉਹਨੇ ਕਿਹਾ ਅੰਮਾ ਸ਼ਮਨ ਤੇ ਕੋਈ ਨਹੀਂ ਲੈ ਕੇ ਉਹਦੇ ਨਾਲ ਇੱਕ ਮੁੰਡਾ ਬੈਠਿਆ ਸੀ ਤੇ ਉਹਨੂੰ ਨਾਲ ਲੈ ਕੇ ਉਹ ਗਿਆ। ਕਹਿੰਦਾ 12 ਸ਼ਾਮ ਹੋ ਗਈ ਤੇ ਕੋਨਾ ਵਾਪਸ ਆਏ ਘਰ ਦੇ। ਕਹਿੰਦੇ ਪੁੱਤਰ ਤੈਨੂੰ ਮਨਾ ਕੀਤਾ ਸੀ ਕਿ ਨਾ ਕਿਸੇ ਨੂੰ ਗੱਡੀ ਦੇ ਹੁਣ ਤੂੰ ਆਪੂ ਤੱਕ ਲੈ ਕੇ ਆਈਏ ਤੱਕ ਉਹ ਵਾਪਸ ਨਹੀਂ ਆਇਆ। ਕਹਿੰਦਾ ਅੰਦਰੋਂ ਮੈਂ ਵੀ ਇਹ ਸੋਚਦਾ ਪਿਆ ਮੈਂ ਗਲਤ ਕੀਤਾ ਕਿਸੇ ਨੂੰ ਗੱਡੀ ਦੇ ਕੇ। ਬਹਰਹਾਲ ਕਹਿੰਦਾ ਉਹ ਕੋਨਾ ਆਇਆ ਪੂਰੀ ਰਾਤ ਅਸੀਂ ਤਕਰੀਬਨ ਜਾ ਕੇ ਕੱਢੀ। ਨਿੱਕਾ ਭਰਾ ਵੀ ਮੇਰਾ ਪਰੇਸ਼ਾਨ। ਕਹਿੰਦਾ ਦੂਸਰੇ ਦਿਨ ਜਾ ਦੁਪਹਿਰਾਂ ਵੇਲੇ ਉਹ ਵਾਪਸ ਆਇਆ। ਕਹਿੰਦਾ ਜਿਸ ਵੇਲੇ ਦੁਪਹਿਰਾਂ ਵੇਲੇ ਉਹ ਵਾਪਸ ਆਇਆ ਨਾ ਆ ਕੇ ਕਹਿੰਦਾ ਗੱਡੀ ਦੀ ਚਾਬੀ ਦਿੱਤੀ ਸੀ। ਕਹਿੰਦਾ ਮੈਂ ਕਿਹਾ ਯਾਰ ਚੰਗਾ ਤੂੰ ਕੰਮ ਗਿਆ ਯਾਰ ਇਸ ਤਰ੍ਹਾਂ ਮਸਲਾ ਬਣ ਗਿਆ ਸੀ ਗੱਡੀ ਦਾ ਟਾਇਰ ਪੈਂਚਰ ਹੋ ਗਿਆ ਸੀ। ਫਿਰ ਉਸ ਤੋਂ ਬਾਅਦ ਬੜਾ ਮਸਲਾ ਬਣ ਗਿਆ ਉੱਤੇ ਸਾਡੇ ਰਿਸ਼ਤੇਦਾਰ ਨੇ ਉਹ ਸਾਨੂੰ ਆਵਣ ਨਹੀਂ ਸੀ ਦਿੰਦੇ ਪਏ ਇਸ ਵਜ੍ਹਾ ਤੂੰ ਜਿਹੜਾ ਨਾ ਮੈਂ ਆ ਨਹੀਂ ਸਕਿਆ। ਕਹਿੰਦਾ ਮੈਂ ਚੁੱਪ ਕਰ ਗਿਆ ਗੱਡੀ ਦੀ ਚਾਬੀ ਲਈ ਤੇ ਉਹ ਚੁੱਪ ਕਰਕੇ ਟੁਰ ਗਿਆ। ਕਹਿੰਦਾ ਨਿੱਕਾ ਭਰਾ ਮੇਰਾ ਉਸੇ ਟਾਈਮ ਮੋਟਰਸਾਈਕਲ ਕੱਢਿਆ ਤੇ ਸਿੱਧਾ ਗੱਡੀ ਕੋਲ ਪਹੁੰਚ ਗਿਆ। ਕਹਿੰਦਾ ਗੱਡੀ ਕੋਲ ਜਾ ਕੇ ਪਹੁੰਚਿਆ ਤਾਂ ਤੂੰ ਵੀਡੀਓ ਸਾਰੀ ਬਣਾ ਕੇ ਨਾ ਲਿਆ ਕੇ ਮੈਨੂੰ ਦਿੱਤੀ ਕਿ ਭਾਈ ਇਹ ਦੇਖ ਲਓ ਕਿ ਗੱਡੀ ਦੀ ਕੀ ਹਾਲਤ ਹੋਈ ਹੈ ਇਤਨੀ ਧੂੜ ਪਈ ਹੈ ਉਹ ਛੱਡ ਕੇ 400 ਕਿਲੋਮੀਟਰ ਇਹਨੇ ਗੱਡੀ ਚਲਾਈ ਹੈ। ਕਹਿੰਦਾ ਨਹੀਂ ਯਾਰ ਉਹ ਆਂਦਾ ਇੱਥੇ ਨਾਲ ਵਾਲੇ ਪਿੰਡ ਜਾਣਾ ਇਹ ਭਾਈ ਤੁਸੀਂ ਆਪੂ ਦੇਖ ਲਓ 400 ਕਿਲੋਮੀਟਰ ਇਹ ਗੱਡੀ ਚੱਲੀ ਹੈ।
ਕਹਿੰਦਾ ਪਰ ਮੈਂ ਕਿਹਾ ਚੱਲ ਛੱਡ ਜੋ ਵੀ ਹੈ, ਅੱਜ ਤੋਂ ਬਾਅਦ ਤੇ ਨਹੀਂ ਮੈਂ ਕਿਸੇ ਨੂੰ ਦੇਣ ਲੱਗਾ, ਤੂੰ ਜਾ ਕੇ ਜਾ ਗੱਡੀ ਧੁਆ। ਕਹਿੰਦਾ ਨੇ ਗੱਡੀ ਛੱਡੀ ਧੁਆਈ ਤੇ ਕਹਿੰਦਾ ਭਾਈ ਮੈਨੂੰ ਇੰਝ ਲੱਗਦਾ ਕਿ ਗੱਡੀ ਦੇ ਜਿਹੜੇ ਰੈਮ ਨੇ ਉਹ ਚੇਂਜ ਹੋਏ ਨੇ, ਟਾਇਰ ਜਿਹੜੇ ਨੇ ਅਸਲ ਨਹੀਂ ਹੈ ਸਾਡੀ ਗੱਡੀ ਦੇ। ਕਹਿੰਦਾ ਮੈਂ ਕਿਹਾ ਯਾਰ ਇਹ ਕਿਸ ਤਰ੍ਹਾਂ ਹੋ ਸਕਦਾ, ਉਹਨੇ ਟਾਇਰ ਸ਼ਾਇਦ ਥੋੜੀ ਚੇਂਜ ਕਰਨੇ ਸੀ। ਉਹਨੇ ਕਿਹਾ ਨਹੀਂ ਭਾਈ ਇਹ ਚੇਂਜ ਹੋਈ ਆ ਹਰ ਚੀਜ਼ ਗੱਡੀ ਦੀ। ਕਹਿੰਦਾ ਮੈਂ ਮੰਨਾ ਕੋ ਨਾ, ਮੈਂ ਕਿਹਾ ਯਾਰ ਇਸ ਤਰ੍ਹਾਂ ਥੋੜੀ ਉਹਨੇ ਕਰਨਾ ਸੀ। 2 ਕੁ ਦਿਨ ਬਾਅਦ ਮੈਂ ਪਿੰਡੀ ਜਾਣਾ ਸੀ, ਨਿੱਕਾ ਭਰਾ ਮੇਰੇ ਨਾਲ ਗਿਆ। ਤਕਰੀਬਨ ਸਾਨੂੰ ਅੱਧਾ ਕੁ ਘੰਟਾ ਹੋ ਗਿਆ ਸੀ ਡਰਾਈਵ ਕਰਦਿਆਂ। ਇਤਨੀ ਦੇਰ ਨੂੰ ਗੱਡੀ ਜਿਹੜੀ ਹੈ ਨਾ ਉਹ ਹਿੱਲਣਾ ਸ਼ੁਰੂ ਹੋ ਗਈ, ਉਹਦਾ ਬੈਲੈਂਸ ਨਹੀਂ ਸੀ ਰਿਹਾ। ਕਹਿੰਦਾ ਪਰੇਸ਼ਾਨ ਹੋ ਗਏ। ਕਹਿੰਦਾ ਭਾਈ ਦੇਖਿਆ ਜੇ ਗੱਡੀ ਦੀ ਕੀ ਹਾਲਤ ਹੋ ਗਈ ਹੈ, ਕੋਈ ਨਾ ਕੋਈ ਉਹਨੇ ਮਸਲਾ ਬਣਾ ਦਿੱਤਾ। ਕਹਿੰਦਾ ਨਾਲ ਹੀ ਪਰ ਮਕੈਨਿਕ ਸੀ, ਉਹਦੇ ਕੋਲ ਗੱਡੀ ਰੋਕੀ। ਉਹਨੇ ਆਖਿਆ ਜੀ ਗੱਲ ਸੁਣੋ, ਗੱਡੀ ਦੇ ਜਿਹੜੇ ਟਾਇਰ ਨੇ ਉਹ ਇਹਦੇ ਆਪਣੇ ਨਹੀਂ ਹੈ, ਤਾਂ ਵਾਸਤੇ ਮਸਲਾ ਵੀ ਕਰਦੀਆਂ ਵਿੱਚ ਫਿੱਟ ਨਹੀਂ ਸਹੀ ਹੋਏ। ਕਹਿੰਦਾ ਮੈਂ ਕਿਹਾ ਯਾਰ ਇਹ ਕਿਸ ਤਰ੍ਹਾਂ ਹੋ ਸਕਦਾ। ਕਹਿੰਦਾ ਪਰ ਮਕੈਨਿਕ ਨੇ ਕਿਸ ਤਰ੍ਹਾਂ ਕਰਕੇ ਵੀ ਨਾ ਤੇ ਥੋੜੇ ਟਾਇਰ ਜਿਹੜੇ ਨੇ ਉਹ ਸਹੀ ਕੀਤੇ। ਉਸ ਤੋਂ ਬਾਅਦ ਕਹਿੰਦਾ ਜਿਸ ਵੇਲੇ ਇੰਜਨ ਖੋਲਿਆ ਤੇ ਇੰਜਨ 'ਚ ਦੇਖਿਆ ਤੇ ਜਨਾਬ ਕਿੰਨੇ ਪੈਪ ਚੇਂਜ ਹੋਏ ਨੇ, ਫਲਾਣੀ ਬੈਟਰੀ ਚੇਂਜ ਹੋਈ ਹੈ। ਕਹਿੰਦਾ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਉਹ ਅੱਗੇ ਪਿੱਛੇ ਹੋਈਆਂ ਸੀ। ਕਹਿੰਦਾ ਮਕੈਨਿਕ ਨੇ ਵੀ ਆਖਿਆ ਜੀ ਇਹ ਗੱਡੀ ਦੀਆਂ ਓਰੀਜਨਲ ਚੀਜ਼ਾਂ ਨਹੀਂ ਹੈ। ਕਹਿੰਦਾ ਇਸ ਵੇਲੇ ਮੈਂ ਵੀ ਦੇਖਿਆ, ਮੈਂ ਵੀ ਬੜਾ ਪਰੇਸ਼ਾਨ ਹੋ ਗਿਆ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਯਾਰ, ਉਹ ਬੰਦਾ ਇਸ ਤਰ੍ਹਾਂ ਸਾਡੇ ਨਾਲ ਜ਼ਿਆਦਤੀ ਕਰ ਸਕਦਾ। ਕਹਿੰਦਾ ਭਾਈ ਉਹਨੇ ਸਾਡੀ ਗੱਡੀ ਦੀ ਸਤਿਆਨਾਸ਼ ਮਾਰ ਦਿੱਤੀ ਹੈ, ਉਹਨੇ ਜਾ ਕੇ ਚੀਜ਼ਾਂ ਵੇਚ ਕੇ ਤੇ ਪੁਰਾਣੀਆਂ ਚੀਜ਼ਾਂ ਇਹਦੇ 'ਚ ਪਵਾ ਦਿੱਤੀਆਂ ਨੇ। ਕਹਿੰਦਾ ਮੈਂ ਕਿਹਾ ਯਾਰ ਚੱਲ ਵਾਪਸ ਚੱਲਦੇ ਹਾਂ ਤੇ ਫਿਰ ਆਪੇ ਉਹਦੇ ਨਾਲ ਗੱਲ ਕਰਨਾ। ਕਹਿੰਦਾ ਨਿੱਕਾ ਭਰਾ ਬੜਾ ਪਰੇਸ਼ਾਨ ਸੀ। ਕਹਿੰਦਾ ਇਸ ਵੇਲੇ ਪਿੰਡੂ ਵਾਪਸ ਆਇਆ। ਕਹਿੰਦਾ ਭਾਈ ਚਲੋ ਸਿੱਧੇ ਉਹਦੇ ਘਰ ਚਲੀਏ। ਕਹਿੰਦਾ ਉਹਦੇ ਘਰ ਗਏ ਤੇ ਅੱਗੋਂ ਘਰ ਸਾਨੂੰ ਕੋ ਨਾ ਲੱਭਾ। ਕਹਿੰਦਾ ਅੱਗੋਂ ਮੁੰਡਿਆਂ ਕੋਲ ਪੁੱਛਿਆ, ਉਹਨਾਂ ਕਿਹਾ ਜੀ ਉਹ ਇਸ ਟਾਈਮ ਘਰ ਕੋ ਨਹੀਂ ਹੈ, ਲੇਕਿਨ ਉਹ ਕਿਧਰੇ ਇੱਧਰ ਜਾਂਦਾ ਸੀ ਪਿਆ। ਕਹਿੰਦਾ ਦੂਜੇ ਦਿਨ ਜਿਹੜਾ ਨਾ ਅਸੀਂ ਸੁਬਾਹ ਫਿਰ ਉਹਦੇ ਘਰ ਟੁਰ ਗਏ। ਕਹਿੰਦਾ ਮੈਨੂੰ ਵੀ ਬੜਾ ਗੁੱਸਾ ਸੀ। ਕਹਿੰਦਾ ਜਾ ਕੇ ਇਸ ਲਈ ਉਹ ਬਾਹਰ ਆ, ਯਾਰ ਤੂੰ ਕਿਹੜਾ ਕੰਮ ਕੀਤਾ, ਸਾਡੀ ਗੱਡੀ ਦੇ ਤੂੰ ਟਾਇਰ ਵੀ ਚੇਂਜ ਕਰਾ ਦਿੱਤੇ ਨੇ, ਉਹ ਤੂੰ ਇੰਜਨ ਦੀ ਅੱਗੋਂ ਜਿਹੜੀਆਂ ਚੀਜ਼ਾਂ ਨੇ ਉਹ ਵੀ ਤੂੰ ਚੇਂਜ ਕਰਾਈਆਂ ਨੇ। ਨਹੀਂ ਯਾਰ ਮੈਂ ਕਿਉਂ ਕਰਨੀਆਂ ਸੀ, ਇਹਨੂੰ ਪੁੱਛ ਨਿੱਕੇ ਭਰਾ ਆਪਣੇ ਨੂੰ, ਇਹਨੇ ਕਿਹੜੇ ਵੇਚ ਵੀ ਦਿੱਤੀਆਂ ਹੋਣੀਆਂ ਨੇ, ਮੈਂ ਇਸ ਤਰ੍ਹਾਂ ਦਾ ਕੰਮ ਕਿਉਂ ਕਰਨਾ ਸੀ। ਤੂੰ ਮੈਨੂੰ ਗੱਡੀ ਦਿੱਤੀ ਆ, ਤੂੰ ਮੈਂ ਤੇਰੀਆਂ ਗੱਡੀ ਦੀਆਂ ਚੀਜ਼ਾਂ ਕਰਨੀਆਂ ਸੀ। ਕਹਿੰਦਾ ਅੱਗੋਂ ਇੰਝ ਗੱਲਾਂ ਕਰਨ ਲੱਗ ਪਿਆ, ਉਲਟਾ ਮੇਰੇ ਤੇ ਜਿਹੜਾ ਨਾ ਉਹ ਅਟੈਕ ਕਰਨ ਲੱਗ ਪਿਆ। ਕਹਿੰਦਾ ਮੈਂ ਚੁੱਪ ਕਰਕੇ ਆ ਗਿਆ। ਉਹਨਾਂ ਕਿਹਾ ਭਾਈ ਜਾ ਕੇ ਮਕੈਨਿਕ ਨਾਲ ਚੱਲੋ, ਉੱਥੇ ਜਾ ਕੇ ਚੈੱਕ ਕਰਾਓ ਕਿ ਕੀ ਸੂਰਤ ਹਾਲ ਹੈ। ਕਹਿੰਦੇ ਸਾਰੀ ਗੱਡੀ ਚੈੱਕ ਕਰਾਈ ਤੇ ਢੇਰ ਉਹਨਾਂ ਜਿਹੜੀਆਂ ਚੀਜ਼ਾਂ ਥੱਲੇ ਗੱਡੀ ਦਾ ਸਲੈਂਸਰ ਜਿਹੜਾ ਉਹ ਵੀ ਉਹਨੇ ਚੇਂਜ ਕਰਾ ਦਿੱਤੇ ਆ। ਕਹਿੰਦਾ ਇਤਨਾ ਤੇ ਮੇਰੀ ਗੱਡੀ ਦਾ ਉਹਨੇ ਸਤਿਆਨਾਸ਼ ਮਾਰ ਦਿੱਤਾ। ਕਹਿੰਦਾ ਮੈਂ ਸੋਚਿਆ ਘਰਦਿਆਂ ਨੂੰ ਆਖਿਆ ਕਿ ਅੱਜ ਤੋਂ ਬਾਅਦ ਤੁਹਾਡੇ ਕੋਲ ਕੋਈ ਸੂਈ ਵੀ ਮੰਗਣ ਆਵੇ ਤੇ ਤੁਸੀਂ ਉਹਨੂੰ ਸੂਈ ਵੀ ਨਹੀਂ ਦੇਣੀ। ਇਸ ਤਰ੍ਹਾਂ ਲੋਕ ਜ਼ਿਆਦਤੀ ਕਰਦੇ ਤੇ ਕੋਸ਼ਿਸ਼ ਕਰਿਆ ਕਰੋ, ਬਚਿਆ ਕਰੋ, ਆਪਣੀ ਗੱਡੀ ਜਿਹੜੀ ਹੈ ਕਿਸੇ ਨੂੰ ਨਾ ਦਿਆ ਕਰੋ। ਬਾਕੀ ਅਗਰ ਇਹ ਕਿ ਮੇਰੀ ਵੀਡੀਓ ਤੁਹਾਨੂੰ ਪਸੰਦ ਆਵੇ ਤੇ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ याद रखा करो, अपनी सेहत का ख्याल रखा करो। अल्लाह हाफिज़।